Dear students, next topic है साडा sample design. Sample design is a definite plan for obtaining a sample from a given population. ਅਸੀਂ ਇੱਕ planned way ਨਾਲ ਇੱਕ particular area ਇੱਕ for a given population ਉਸ ਵਿੱਚੋਂ ਅਸੀਂ ਇੱਕ data collect ਕਰਨਾ ਹੁੰਦਾ ਹੈ। ਉਸ ਵਿੱਚ ਅਸੀਂ ਟੈਕਨੀਕਸ ਕੀ ਯੂਜ਼ ਕਰਨੀਆਂ ਨੇ, ਪ੍ਰੋਸੀਜਰ ਕੀ ਫੋਲੋ ਕਰਨਾ ਹੈ। ਤਾਂ ਅਸੀਂ ਜਿਹੜਾ ਹੈ ਇੱਕ ਕ੍ਰਾਈਟੀਰੀਆ ਇੱਕ ਮੈਥਡ ਬਣਾਉਣਾ ਹੈ, ਇੱਕ ਪ੍ਰੋਸੀਜਰ ਫੋਲੋ ਕਰਨਾ ਹੈ ਟੂ ਕਲੈਕਟ ਦਾ ਡਾਟਾ ਫਰੋਮ ਏ ਗਿਵਨ ਸੈਂਪਲ ਆਫ ਪੋਪੂਲੇਸ਼ਨ। ਇਸ ਦੇ ਵਿੱਚ ਅਸੀਂ ਸੈਂਪਲ ਡਿਜ਼ਾਈਨ ਦੇ ਵਿੱਚ ਟੈਕਨੀਕਸ ਕੀ ਯੂਜ਼ ਕਰਨੀਆਂ ਨੇ ਤੇ ਸੈਂਪਲ ਦਾ ਸਾਈਜ਼ ਕੀ ਹੋਣਾ ਚਾਹੀਦਾ ਹੈ, ਇਹ ਵੀ ਅਸੀਂ ਡਿਸਾਈਡ ਕਰਨਾ ਹੋਏਗਾ। ਇਹ ਅਸੀਂ ਡਾਟਾ ਕਲੈਕਟ ਕਰਨ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਸੈਂਪਲ ਡਿਜ਼ਾਈਨ ਬਣਾਉਣਾ ਹੁੰਦਾ ਹੈ before the data collected. There are many sample designs from which a researcher can choose. बहुत सारे sample design हैगे ने। कुछ sample design more precise यानी कि easy ने और follow करने सौखे ने than others. ਤਾਂ ਰਿਸਰਚਰ ਨੂੰ ਇੱਕ ਅਜਿਹਾ ਸੈਂਪਲ ਡਿਜ਼ਾਈਨ ਪ੍ਰਪੇਅਰ ਕਰਨਾ ਪਏਗਾ ਜੋ ਰਿਲਾਇਬਲ ਵੀ ਹੋਵੇ ਤੇ ਉਸ ਦੀ ਰਿਸਰਚ ਸਟੱਡੀ ਦੇ ਵਾਸਤੇ ਅਪਰੋਪਰੀਏਟ ਵੀ ਹੋਵੇ। ਤਾਂ ਸੈਂਪਲ ਡਿਜ਼ਾਈਨ ਬਣਾਉਣ ਦੇ ਲਈ ਕਿਹੜੇ ਕਿਹੜੇ ਸਟੈਪਸ ਫਾਲੋ ਕਰਨੇ ਪੈਣਗੇ, ਉਹਨਾਂ ਵਿੱਚੋਂ ਫਸਟ ਹੈ ਆਬਜੈਕਟਿਵ। ਸਾਡਾ ਆਬਜੈਕਟਿਵ ਕੀ ਹੈ, ਅਸੀਂ ਜੋ ਸਰਵੇ ਕਰਨਾ ਹੈ ਉਸਦਾ ਆਬਜੈਕਟਿਵ ਕੀ ਹੈ, ਉਹ ਕਲੀਅਰ ਤੇ ਕੰਕਰੀਟ ਹੋਣਾ ਚਾਹੀਦਾ ਹੈ। ਸਾਡੀ ਮਨੀ ਕਿੰਨੀ ਉਸ ਵਿੱਚ ਕੰਜ਼ਿਊਮ ਹੋਏਗੀ, ਮੈਨ ਪਾਵਰ ਕਿੰਨੀ ਲੱਗੇਗੀ, ਟਾਈਮ ਕਿੰਨਾ ਲੱਗੇਗਾ, ਟਾਈਮ ਲਿਮਿਟ ਸਾਡੇ ਕੋਲ, ਟਾਈਮ ਅਵੇਲੇਬਿਲਿਟੀ ਆਫ ਟਾਈਮ ਕੀ ਹੈ ਸਰਵੇ ਦੇ ਲਈ, ਇਹ ਸਾਰਾ ਕੁਝ ਸਾਨੂੰ ਉਸ ਆਬਜੈਕਟਿਵ ਦੇ ਵਿੱਚ ਕਲੀਅਰ ਕਰਨਾ ਪਏਗਾ। ਦੂਸਰਾ ਹੈ ਪਾਪੂਲੇਸ਼ਨ। ਅਸੀਂ ਆਬਜੈਕਟਿਵ ਜੋ ਬਣਾ ਲਏ ਸਰਵੇ ਦੇ, ਉਸ ਨੂੰ ਮੀਟ ਕਰਨ ਦੇ ਲਈ ਅਸੀਂ ਕਿੰਨੀ ਪਾਪੂਲੇਸ਼ਨ ਲੈਣੀ ਚਾਹੀਦੀ ਹੈ, ਕਿੰਨਾ ਏਰੀਆ। ਜਿਵੇਂ ਕਿ ਅਸੀਂ ਫੋਰ ਐਗਜ਼ਾਮਪਲ ਇਕਨੋਮਿਕ ਸਰਵੇ ਕਰ ਰਹੇ ਹਾਂ ਕੁਝ ਫੈਮਿਲੀਜ਼ ਦਾ, ਤਾਂ ਅਸੀਂ ਉਸ ਦੇ ਲਈ ਇੱਕ ਪੂਰਾ ਸਟੇਟ ਕਵਰ ਕਰਨਾ ਹੈ ਜਾਂ ਕੁਝ ਡਿਸਟ੍ਰਿਕਟ ਕਵਰ ਕਰਨੇ ਨੇ ਜਾਂ ਕੁਝ ਵਿਲੇਜ ਕਵਰ ਕਰਨੇ ਨੇ, ਤਾਂ ਇਹ ਸਾਨੂੰ ਡਿਸਾਈਡ ਕਰਨਾ ਪਏਗਾ ਕਿ ਸਾਡਾ ਉਸ ਪਾਪੂਲੇਸ਼ਨ ਦਾ ਸਾਈਜ਼ ਕੀ ਹੋਏਗਾ। ਇਹ ਸੈਕੰਡ ਸਟੈਪ ਹੈ। ਥਰਡ ਹੈ ਸੈਂਪਲਿੰਗ ਯੂਨਿਟਸ ਐਂਡ ਫਰੇਮ। ਸੈਂਪਲ ਸਿਲੈਕਟ ਕਰਨ ਤੋਂ ਪਹਿਲਾਂ ਸੈਂਪਲਿੰਗ ਯੂਨਿਟ ਸਾਨੂੰ ਲੈਣਾ ਪਏਗਾ, ਡਿਸਾਈਡ ਕਰਨਾ ਪਏਗਾ। ਜਿਵੇਂ ਕਿ ਅਸੀਂ ਉਹੀ ਐਗਜ਼ਾਮਪਲ ਦਿੰਦੇ ਹਾਂ ਕਿ ਜਿਵੇਂ ਅਸੀਂ ਜਿਓਗ੍ਰਾਫੀਕਲ ਏਰੀਆ ਅਸੀਂ ਲੈਂਦੇ ਹਾਂ, ਜਿਵੇਂ ਕੋਈ ਕੰਟਰੀ, ਸਟੇਟ, ਡਿਸਟ੍ਰਿਕਟ, ਵਿਲੇਜ, ਠੀਕ ਹੈ। ਤਾਂ ਇੱਕ ਸੈਂਪਲਿੰਗ ਯੂਨਿਟ ਹੋਏਗਾ, ਉਸ ਵਿੱਚੋਂ ਅਸੀਂ ਕਿਸ ਤਰ੍ਹਾਂ ਦੀਆਂ ਫੈਮਿਲੀਜ਼, ਕਿਹੜੇ ਕਿਹੜੇ ਫਲੈਟਸ ਜਾਂ ਘਰ ਲੈਣੇ ਨੇ, ਜਾਂ ਸਕੂਲ ਕਵਰ ਕਰਨੇ ਨੇ ਜਾਂ ਕੋਈ ਹੋਰ ਇੰਸਟੀਟਿਊਸ਼ਨ ਕਵਰ ਕਰਨੇ ਨੇ, ਤਾਂ ਉਹ ਇੱਕ ਸੈਂਪਲ ਡਿਜ਼ਾਈਨ ਤੇ ਉਸਦਾ ਫਰੇਮ ਹੋਏਗਾ। ਜਿਹੜੇ ਸੈਂਪਲਿੰਗ ਯੂਨਿਟਸ ਅਸੀਂ ਲੈਣੇ ਨੇ, ਫੋਰ ਐਗਜ਼ਾਮਪਲ ਅਸੀਂ ਕਿਸੇ ਪਾਰਟੀਕੂਲਰ ਏਰੀਆ ਦੇ ਵਿੱਚੋਂ ਸਕੂਲਸ ਕਵਰ ਕਰਨੇ ਨੇ, ਕੁਝ ਇੰਸਟੀਟਿਊਸ਼ਨਸ ਕਵਰ ਕਰਨੀਆਂ ਨੇ, ਕੁਝ ਕਲੱਬ ਕਵਰ ਕਰਨੇ ਨੇ, ਕੁਝ ਫੈਮਿਲੀਜ਼ ਕਵਰ ਕਰਨੀਆਂ ਨੇ, ਤਾਂ ਇਹ ਉਸ ਸੈਂਪਲਿੰਗ ਯੂਨਿਟਸ ਦੇ ਜਿਹੜੇ ਅਸੀਂ ਲੈ ਰਹੇ ਹਾਂ ਉਸ ਦੀ ਲਿਸਟ ਨੂੰ ਅਸੀਂ ਸੈਂਪਲਿੰਗ ਫਰੇਮ ਕਹਾਂਗੇ। ਨੈਕਸਟ ਹੈ ਸਾਈਜ਼ ਆਫ ਸੈਂਪਲ। ਅਸੀਂ ਕਿੰਨੀਆਂ ਆਈਟਮ ਸਿਲੈਕਟ ਕਰਨੀਆਂ ਨੇ ਟੂ ਕੰਸਟੀਟਿਊਟ ਏ ਸੈਂਪਲ। ਇਹ ਇੱਕ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਇੱਕ ਰਿਸਰਚਰ ਦੇ ਲਈ। ਤਾਂ ਕੀ ਹੋਣਾ ਚਾਹੀਦਾ ਹੈ ਕਿ ਸਾਈਜ਼ ਆਫ ਸੈਂਪਲ ਨਾ ਤਾਂ ਜ਼ਿਆਦਾ ਵੱਡਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਛੋਟਾ ਹੋਣਾ ਚਾਹੀਦਾ ਹੈ। ਇਹ ਸ਼ੁੱਡ ਬੀ ਆਪਟੀਮਮ। ਇਹ ਇੰਨਾ ਕੁ ਹੋਣਾ ਚਾਹੀਦਾ ਕਿ ਤਾਂ ਜੋ ਸਾਡੀ ਰਿਸਰਚ ਸਟੱਡੀ ਜਿਹੜੀ ਹੈ ਉਸ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰ ਸਕੇ, ਰਿਲਾਇਬਲ ਵੀ ਹੋਵੇ, ਫਲੈਕਸੀਬਲ ਵੀ ਹੋਵੇ। ਅਸੀਂ ਕਿਸ ਲੈਵਲ ਤੱਕ ਰਿਸਰਚ ਕਰਨੀ ਹੈ, ਸਾਡਾ ਕੌਨਫੀਡੈਂਸ ਲੈਵਲ ਕੀ ਹੋਣਾ ਚਾਹੀਦਾ ਐਸਟੀਮੇਟ ਦਾ, ਸਾਡੀ ਨੀਡਸ ਕੀ ਨੇ ਸਟੱਡੀ ਦੀਆਂ, ਉਸ ਦੇ ਉੱਪਰ ਡਿਪੈਂਡ ਕਰਦਾ ਹੈ ਸਾਈਜ਼ ਆਫ ਪਾਪੂਲੇਸ਼ਨ। ਤਾਂ the size of population must be kept in view for this also limits the sample size. ਜੋ ਪਾਪੂਲੇਸ਼ਨ ਦਾ ਸਾਈਜ਼ ਹੋਏਗਾ ਉਹ ਸਾਡੇ ਸੈਂਪਲ ਦੇ ਸਾਈਜ਼ ਨੂੰ ਡਿਫਾਈਨ ਕਰੇਗਾ। ਪੈਰਾਮੀਟਰਸ ਕਿਹੜੇ ਕਿਹੜੇ ਲੈਣੇ ਨੇ, ਸਾਡਾ ਜਿਹੜਾ ਕਾਸਟ ਜਿਹੜੀ ਹੈ ਉਸਨੂੰ ਵੀ ਧਿਆਨ 'ਚ ਰੱਖਣਾ ਪਏਗਾ ਕਿ ਅਸੀਂ ਸੈਂਪਲ ਨੂੰ ਜਿਹੜਾ ਹੈ ਕਲੈਕਟ ਕਰਨ ਵਾਸਤੇ ਆਈਟਮਸ ਕਿਹੜੀਆਂ ਕਿਹੜੀਆਂ ਇਨਕਲੂਡ ਕਰਨੀਆਂ ਨੇ ਸੈਂਪਲ ਦੇ ਵਿੱਚ, ਉਸ ਦੇ ਲਈ ਕਾਸਟ ਕਿੰਨੀ ਆ ਰਹੀ ਹੈ, ਕਾਸਟ ਵਾਸਤੇ। ਉਸ ਤੋਂ ਬਾਅਦ
ਕੁਝ ਬਜਟਰੀ ਕੰਸਟ੍ਰੇਂਟਸ ਹੁੰਦੀਆਂ ਨੇ, ਕਿੰਨਾ ਸਾਡਾ ਮਨੀ ਅਸੀਂ ਉਸ ਵਿੱਚ ਲਗਾ ਸਕਦੇ ਹਾਂ, ਉਸ ਤੋਂ ਜ਼ਿਆਦਾ ਅਸੀਂ ਉਸ ਦੇ ਉੱਪਰ ਮਨੀ ਜਿਹੜਾ ਹੈ ਕਾਸਟ ਨਹੀਂ ਆਉਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਦੀਆਂ ਲਿਮਿਟਸ ਦੇ ਅਕੋਰਡਿੰਗ ਹੀ ਅਸੀਂ ਸਾਈਜ਼ ਆਫ ਸੈਂਪਲ ਡਿਸਾਈਡ ਕਰਾਂਗੇ। ਨੈਕਸਟ ਹੈ ਪੈਰਾਮੀਟਰਸ ਆਫ ਇੰਟਰਸਟ। ਅਸੀਂ ਕੁਝ ਪੈਰਾਮੀਟਰਸ ਡਿਸਾਈਡ ਕਰਦੇ ਹਾਂ ਪਾਪੂਲੇਸ਼ਨ ਜੋ ਅਸੀਂ ਉਸ ਵਿੱਚੋਂ ਕਲੈਕਟ ਕਰਨੇ ਨੇ, ਜਿਵੇਂ ਪਾਪੂਲੇਸ਼ਨ ਦਾ ਮੀਨ, ਪ੍ਰਪੋਰਸ਼ਨ। ਜਿਵੇਂ ਸੈਂਸਸ ਸਰਵੇ ਦੇ ਵਿੱਚ ਕੁਝ ਅਸੀਂ ਜਿਹੜੇ ਹੈਗੇ ਐਕਚੁਅਲ ਪੈਰਾਮੀਟਰਸ ਲੈਂਦੇ ਹਾਂ, ਤਾਂ ਸੈਂਪਲ ਸਰਵੇ ਦੇ ਵਿੱਚ ਅਸੀਂ ਉਹ ਪੈਰਾਮੀਟਰ ਡਿਸਾਈਡ ਕਰਨ ਤੋਂ ਬਾਅਦ ਜੋ ਜਿਨ੍ਹਾਂ ਦੇ ਵਿੱਚ ਸਾਡਾ ਇੰਟਰਸਟ ਹੈ, ਜੋ ਅਸੀਂ ਉਹ ਪੈਰਾਮੀਟਰਸ ਦੇ ਉੱਪਰ ਸੈਂਪਲ ਡਿਜ਼ਾਈਨ ਕੀਤਾ ਸੀ, ਉਸ ਨੂੰ ਸਰਵੇ ਕਰਨਾ ਹੈ, ਐਕਚੁਅਲ ਵੈਲਿਊ ਜੋ ਲੈਣੀਆਂ ਨੇ ਪੈਰਾਮੀਟਰ ਦੀਆਂ, ਉਹ ਸਾਨੂੰ ਡਿਸਾਈਡ ਕਰਨੀਆਂ ਪੈਣਗੀਆਂ। In determining the sample design, one must consider the question of specific population parameters which are of interest. For instance, we may be interested in estimating the proportion of persons with some characteristic in the population, or we may be interested in knowing some average or other measure concerning the population. यानी कि ਅਸੀਂ ਜਿਹੜੀ ਪਾਪੂਲੇਸ਼ਨ ਲੈ ਰਹੇ ਹਾਂ, ਜੋ ਸਾਡਾ ਯੂਨਿਟ ਹੈ ਸਰਵੇ ਵਾਸਤੇ ਅਸੀਂ ਲਿਆ ਹੋਇਆ ਜੀਓਗ੍ਰਾਫੀਕਲ ਏਰੀਆ, ਉਸ ਦੇ ਵਿੱਚ ਅਸੀਂ ਕੀ ਫੋਰ ਐਗਜ਼ਾਮਪਲ ਅਸੀਂ ਹੈਲਥ ਦੇ ਉੱਪਰ ਸਰਵੇ ਕਰ ਰਹੇ ਹਾਂ, ਤਾਂ ਅਸੀਂ ਇੱਕ ਪਾਰਟਿਕੂਲਰ ਸਲੈਬ ਆਫ ਏਜ ਵਾਲੇ ਪਰਸਨਸ ਲਵਾਂਗੇ ਤੇ ਉਸ ਦੇ ਵਿੱਚ ਅਸੀਂ ਕਿਹੜੇ ਕੁਐਸਚਨ ਪੁੱਛਣੇ ਨੇ ਉਸ ਡਿਸਾਈਡ ਕਰਾਂਗੇ। ਫੋਰ ਐਗਜ਼ਾਮਪਲ ਅਸੀਂ ਪੁੱਛਣਾ ਉਸ ਦਾ weight ਕੀ ਹੈ, ਹਾਈਟ ਕੀ ਹੈ, ਹੈਲਥ ਇਸ਼ੂਜ਼ ਕਿਹੜੇ ਨੇ। ਤਾਂ ਇਸ ਤਰ੍ਹਾਂ ਦੇ ਕੁਐਸਚਨ ਅਸੀਂ ਇੱਕ ਪੈਰਾਮੀਟਰ ਸੈੱਟ ਕਰਾਂਗੇ ਜੋ ਪੈਰਾਮੀਟਰ ਆਫ ਇੰਟਰਸਟ ਹੋਣਗੇ ਸੈਂਪਲ ਸਰਵੇ ਦੇ ਲਈ। ਡਾਟਾ ਕਲੈਕਸ਼ਨ। ਨੈਕਸਟ ਸਟੈਪ ਹੈ ਡਾਟਾ ਕਲੈਕਸ਼ਨ। ਅਸੀਂ ਸਿਰਫ ਰੈਲੇਵੈਂਟ ਇਨਫੋਰਮੇਸ਼ਨ ਹੀ ਕਲੈਕਟ ਕਰਨੀ ਹੈ, ਕੋਈ ਇਰੈਲੇਵੈਂਟ ਇਨਫੋਰਮੇਸ਼ਨ ਕਲੈਕਟ ਨਹੀਂ ਕਰਾਂਗੇ। ਜੋ ਸਾਡੀ ਰਿਸਰਚ ਸਟੱਡੀ ਹੈ, ਸਾਡਾ ਆਬਜੈਕਟਿਵ ਹੈ ਹਾਈਪੋਥੈਸਿਸ ਦੇ, ਉਸ ਨਾਲ ਰਿਲੇਟਡ ਇਨਫੋਰਮੇਸ਼ਨ ਹੀ ਕਲੈਕਟ ਕੀਤੀ ਜਾਏਗੀ। ਤੇ ਕੋਈ ਇਰੈਲੇਵੈਂਟ ਇਨਫੋਰਮੇਸ਼ਨ ਕਲੈਕਟ ਨਹੀਂ ਕਰਨੀ ਤੇ ਨਾ ਹੀ ਕੋਈ ਐਸੈਂਸ਼ੀਅਲ ਇਨਫੋਰਮੇਸ਼ਨ ਛੱਡਣੀ ਹੈ। ਤਾਂ ਸਰਵੇ ਦਾ ਜਿਹੜਾ ਆਬਜੈਕਟਿਵਸ ਨੇ ਉਹ ਬਹੁਤ ਕਲੀਅਰ ਹੋਣੇ ਚਾਹੀਦੇ ਨੇ, ਤੇ ਅਸੀਂ ਜਿਹੜੇ ਹੈਗੇ ਡਾਟਾ ਕਲੈਕਸ਼ਨ ਦੇ ਮੈਥਡਸ ਨੇ ਉਹ ਅੱਗੇ ਫਰਦਰ ਪੜਾਂਗੇ। ਨੈਕਸਟ ਹੈ ਨੌਨ ਰਿਸਪੋਂਡੈਂਟਸ। ਜਦੋਂ ਅਸੀਂ ਸੈਂਪਲ ਡਾਟਾ ਕਲੈਕਟ ਕਰ ਰਹੇ ਹੁੰਦੇ ਆ ਤਾਂ ਕੁਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਕਿ ਕੁਝ ਰਿਸਪੋਂਡੈਂਟ ਜਿਹੜੇ ਉਹ ਰਿਸਪੌਂਡ ਨਹੀਂ ਕਰਦੇ, ਤਾਂ ਉਹ ਇਨਵੈਸਟੀਗੇਟਰ ਉਹਦੇ ਕਾਰਨ ਕੀ ਹਨ ਕਿ ਰਿਸਪੌਂਸ ਕਿਉਂ ਨਹੀਂ ਆ ਰਿਹਾ, ਤਾਂ ਇਸ ਦੇ ਲਈ ਉਹ ਰਿਕਾਰਡ ਰੱਖੇਗਾ। ਸੱਚ ਕੇਸ ਸ਼ੁੱਡ ਬੀ ਹੈਂਡਲਡ ਵਿਦ ਕੌਸ਼ਨ। ਇਸ ਤਰ੍ਹਾਂ ਦੇ ਕੇਸਿਸ ਨੂੰ ਅਲੱਗ ਤਰੀਕੇ ਨਾਲ ਉਸਨੂੰ ਡੀਲ ਕੀਤਾ ਜਾਏਗਾ। ਫੋਰ ਐਗਜ਼ਾਮਪਲ ਜਿਵੇਂ ਕਿ ਅਸੀਂ ਕਿਸੇ ਪਰਸਨ ਤੋਂ ਪੁੱਛਦੇ ਹਾਂ, ਕੁਝ ਪਰਸਨਲ ਇਨਫੋਰਮੇਸ਼ਨ ਲੈਣਾ ਚਾਹੁੰਦੇ ਹਾਂ ਪਰੰਤੂ ਉਹ ਪਰਸਨਲ ਇਨਫੋਰਮੇਸ਼ਨ ਦੇਣਾ ਨਹੀਂ ਚਾਹੁੰਦਾ, ਤਾਂ ਇਸ ਤਰ੍ਹਾਂ ਦੇ ਕੇਸਿਸ ਨੂੰ ਅਸੀਂ ਨੌਨ ਰਿਸਪੋਂਡੈਂਟ ਕੇਸਿਸ ਕਹਾਂਗੇ। ਸਿਲੈਕਸ਼ਨ ਆਫ ਪ੍ਰੋਪਰ ਸੈਂਪਲਿੰਗ ਡਿਜ਼ਾਈਨ। ਅਸੀਂ ਸੈਂਪਲ ਡਿਜ਼ਾਈਨ ਦੇ ਵਿੱਚ ਅਸੀਂ ਕਿਹੜਾ ਸੈਂਪਲ ਡਿਜ਼ਾਈਨ ਫੋਲੋ ਕਰਨਾ ਹੈ। ਸੈਂਪਲ ਡਿਜ਼ਾਈਨ ਬਹੁਤ ਤਰ੍ਹਾਂ ਦੇ ਹਨ, ਜਿਵੇਂ ਅਸੀਂ ਅੱਗੇ ਫਰਦਰ ਪੜਾਂਗੇ ਡਿਫਰੈਂਟ ਟਾਈਪਸ ਆਫ ਸੈਂਪਲ ਡਿਜ਼ਾਈਨ, ਮਲਟੀਪਲ ਸੈਂਪਲ ਡਿਜ਼ਾਈਨ ਸਾਡੇ ਕੋਲ ਹੈਗੇ ਨੇ। ਤਾਂ ਉਹਨਾਂ ਵਿੱਚੋਂ ਕਿਹੜਾ ਸੈਂਪਲ ਡਿਜ਼ਾਈਨ ਜਿਹੜਾ ਲੈਣਾ ਹੈ ਤਾਂ ਜੋ ਸਾਡੀ ਜਿਹੜਾ ਹੈ ਸਾਈਜ਼ ਆਫ ਸੈਂਪਲ ਫਾਰ ਏ ਗਿਵਨ ਕਾਸਟ ਤੇ ਸਾਡੀ ਸੈਂਪਲਿੰਗ ਐਰਰ ਵੀ ਘੱਟ ਹੋਣ, ਤਾਂ ਉਸ ਤਰ੍ਹਾਂ ਦਾ ਸੈਂਪਲ ਡਿਜ਼ਾਈਨ ਸਿਲੈਕਟ ਕਰਾਂਗੇ। ਨੈਕਸਟ ਹੈ ਆਰਗੇਨਾਈਜ਼ਿੰਗ ਫੀਲਡ ਵਰਕ। ਤਾਂ ਸਰਵੇ ਦੇ ਸਕਸੈਸ ਲਈ ਇਹ ਜ਼ਰੂਰੀ ਹੈ ਕਿ ਸਾਡਾ ਰਿਲਾਇਬਲ ਫੀਲਡ ਵਰਕ ਹੋਣਾ ਚਾਹੀਦਾ ਹੈ, ਐਫੀਸ਼ੀਐਂਟ ਸੁਪਰਵਾਈਜ਼ਰੀ ਸਟਾਫ ਹੋਣਾ ਚਾਹੀਦਾ, ਟ੍ਰੇਨਡ ਪਰਸਨ ਹੋਣੇ ਚਾਹੀਦੇ ਨੇ ਫੀਲਡ ਵਰਕ ਵਾਸਤੇ। ਨੈਕਸਟ ਹੈ ਪਾਇਲਟ ਸਰਵੇ। It is always helpful to try out the search design on a small scale before going to field. ਪੂਰੀ ਸਟੱਡੀ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕੁਝ ਸਮਾਲ ਸਕੇਲ ਦੇ ਵਿੱਚ ਅਸੀਂ ਰਿਸਰਚ ਸਰਵੇ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ, ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਅਸੀਂ ਪੂਰੇ ਫੀਲਡ ਦੇ ਉੱਪਰ ਇਹ ਜਿਹੜਾ ਹੈ ਸਾਡਾ ਰਿਸਰਚ ਸਰਵੇ ਕਰ ਸਕਦੇ ਹਾਂ ਕਿ ਨਹੀਂ, ਕੀ ਪ੍ਰੋਬਲਮਸ ਆ ਰਹੀਆਂ ਨੇ, ਕੀ ਪ੍ਰੈਕਟੀਕਲ ਮੈਥਡਸ ਹੋਣੇ ਨੇ, ਕੀ ਸਾਡੀਆਂ ਪ੍ਰੋਬਲਮਸ ਹੋਣਗੀਆਂ। ਬਜਟਰੀ ਕੰਸਟ੍ਰੇਂਟਸ। ਜਿਹੜੀ ਕਾਸਟ ਕੰਸੀਡਰੇਸ਼ਨ ਹੈ ਇਹ ਬਹੁਤ ਇੰਪੋਰਟੈਂਟ ਜਿਹੜਾ ਹੈ ਪੁਆਇੰਟ ਹੈ। ਅਸੀਂ ਸਾਡੇ ਕੋਲ ਬਜਟ ਹੈ, ਕਿੰਨਾ ਅਸੀਂ
ਕੋਸਟ ਪੇ ਸਕਦੇ ਹਾਂ ਟੂ ਕਲੈਕਟ ਦਾ ਡਾਟਾ, ਇਹ ਅਸੀਂ ਨੂੰ ਧਿਆਨ 'ਚ ਰੱਖਣਾ ਹੋਏਗਾ। ਸੈਂਪਲਿੰਗ ਐਂਡ ਨਾਨ ਸੈਂਪਲਿੰਗ ਐਰਰਸ, ਇਹ ਕੀ ਨੇ? The errors involved in collection of data are classified into sampling and non-sampling errors। ਅਸੀਂ ਡਾਟਾ ਕਲੈਕਟ ਕਰਦੇ ਹਾਂ, ਕੁਝ ਐਰਰਸ ਇਸ 'ਚ ਆ ਜਾਂਦੀਆਂ ਨੇ, ਤਾਂ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ? ਦੋ ਤਰ੍ਹਾਂ ਦੀਆਂ ਹੋਣਗੀਆਂ ਮੇਨ, ਸੈਂਪਲਿੰਗ ਤੇ ਨਾਨ ਸੈਂਪਲਿੰਗ ਐਰਰਸ। ਸੈਂਪਲਿੰਗ ਐਰਰਸ ਕੀ ਹੁੰਦੀਆਂ ਨੇ? ਸੈਂਪਲਿੰਗ ਐਰਰਸ ਅਰਾਈਜ਼ ਡਿਊ ਟੂ ਦ ਫੈਕਟ ਦੈਟ ਓਨਲੀ ਅ part of population has been used to estimate population parameters to draw inference about the population। ਇਹ 'ਚ ਕੀ ਹੈ ਕਿ ਅਸੀਂ ਕਿਸੇ ਪਾਪੂਲੇਸ਼ਨ ਦੇ ਲਈ ਡਾਟਾ ਤੋਂ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ, ਪਰੰਤੂ ਅਸੀਂ ਉਸ ਪਾਪੂਲੇਸ਼ਨ ਨੂੰ ਪੂਰਾ ਕਵਰ ਨਹੀਂ ਕਰ ਰਹੇ, ਇਸ ਪਰਟੀਕੂਲਰ ਏਰੀਆ ਦੇ ਵਿੱਚ ਡਾਟਾ ਕਲੈਕਟ ਕੀਤਾ ਹੈ, ਪੂਰੀ ਪਾਪੂਲੇਸ਼ਨ ਨੂੰ ਕਵਰ ਨਹੀਂ ਕੀਤਾ। ਤਾਂ ਇਸ ਤਰ੍ਹਾਂ ਨਾਲ ਕੀ ਹੈ, ਸਾਡੇ ਕੋਲ ਸੈਂਪਲਿੰਗ ਐਰਰਸ ਆਉਣਗੀਆਂ। ਸੈਂਪਲਿੰਗ ਐਰਰਸ ਆਰ ਐਬਸੈਂਟ ਇਨ ਸੈਂਸਸ ਸਰਵੇ, ਕਿਉਂਕਿ ਸੈਂਸਸ ਅਸੀਂ ਪੂਰੇ ਇੱਕ ਵੱਡੇ ਫੀਲਡ, ਪੂਰੇ ਯੂਨੀਵਰਸ ਦੇ ਉੱਪਰ ਕਰਦੇ ਹਾਂ, ਤਾਂ ਇਸ ਕਰਕੇ ਪੂਰੀ ਪਾਪੂਲੇਸ਼ਨ ਨੂੰ ਇਨਕਲੂਡ ਕਰਦੇ ਆ ਸੈਂਸਸ ਸਰਵੇ ਦੇ ਵਿੱਚ, ਇਸ ਕਰਕੇ ਸੈਂਪਲਿੰਗ ਐਰਰਸ ਨਹੀਂ ਹੁੰਦੀਆਂ। ਸੈਂਪਲਿੰਗ ਐਰਰਸ ਅਸੀਂ ਮੈਜ਼ਰ ਕਿਵੇਂ ਕਰਦੇ ਹਾਂ? ਅਸੀਂ ਸੈਂਪਲ ਡਿਜ਼ਾਈਨ ਤੇ ਸਾਈਜ਼ ਦੇ ਤੋਂ ਮੈਜ਼ਰ ਕਰ ਸਕਦੇ ਹਾਂ ਕਿ ਅਸੀਂ ਸੈਂਪਲ ਡਿਜ਼ਾਈਨ ਕਿਹੜਾ ਫੋਲੋ ਕੀਤਾ ਤੇ ਸਾਈਜ਼ ਕਿੰਨਾ ਲਿਆ ਪਾਪੂਲੇਸ਼ਨ ਦਾ। The measurement of sampling errors is usually called the precision of sampling plane। If we increase the sample size, the precision can be improved। जिन्ना sample size साਡਾ ਵੱਡਾ ਹੋਏਗਾ ਉਨੀਆਂ sample errors ਘਟ ਜਾਣਗੀਆਂ। Large the size of sample area, ਤਾਂ ਉਸ ਦੇ ਨਾਲ ਕੀ ਹੈ ਕਿ lesser ਦਾ ਜਿਹੜੀ ਹੈਗੀ sample errors। ਬਟ ਇਸ ਨਾਲ ਕੀ ਹੋਏਗਾ ਕਿ ਲਾਰਜ ਏਰੀਆ ਅਸੀਂ ਕਵਰ ਕਰਦੇ ਹਾਂ, ਤਾਂ ਉਸ ਨਾਲ ਜਿਹੜੀ ਹੈ ਕਾਸਟ ਆਫ ਕਲੈਕਟਿੰਗ ਡਾਟਾ ਵੀ ਇਨਕਰੀਜ਼ ਕਰੇਗੀ। ਤਾਂ ਇਫੈਕਟਿਵ ਵੇ ਕੀ ਹੈ ਇਸ ਦੇ ਲਈ? ਟੂ ਇਨਕਰੀਜ਼ ਦਾ ਪ੍ਰੀਸੀਜ਼ਨ ਯੂਜ਼ਲੀ ਟੂ ਸਿਲੈਕਟ ਏ ਬੈਟਰ ਸੈਂਪਲ ਡਿਜ਼ਾਈਨ। ਤਾਂ ਸੈਂਪਲ ਡਿਜ਼ਾਈਨ ਨੂੰ ਬੈਟਰ ਕਰਨਾ ਪਏਗਾ ਸਾਨੂੰ, ਤਾਂ ਜੋ ਸਾਡੀਆਂ ਸੈਂਪਲ ਐਰਰ ਜਿਹੜੀਆਂ ਹੈਗੀਆਂ ਉਹ ਘੱਟ ਰਹਿਣ। ਫਾਰ ਅ ਗਿਵਨ ਕਾਸਟ, ਦਿੱਤੀ ਹੋਈ ਕਾਸਟ ਦੇ ਵਿੱਚ ਅਸੀਂ ਇੱਕ ਗਿਵਨ ਸੈਂਪਲ ਜਿਹੜਾ ਹੈ ਕਲੈਕਟ ਕਰਨਾ ਹੈ, ਸੈਂਪਲ ਸਾਈਜ਼, ਉਸ ਨੂੰ ਅਸੀਂ ਬੈਟਰ ਸੈਂਪਲ ਡਿਜ਼ਾਈਨ ਨਾਲ ਅਸੀਂ ਉਸ ਨੂੰ ਜਿਹੜਾ ਹੈ ਐਰਰ ਸੈਂਪਲਿੰਗ ਐਰਰਸ ਨੂੰ ਘੱਟ ਕਰ ਸਕਦੇ ਹਾਂ। In practice, however, people prefer a less precise design because it is easier to adopt the same, and also because of the fact that systematic bias can be controlled in a better way in such a design। ਤਾਂ ਲੋਕ ਆਮ ਤੌਰ ਤੇ ਕੀ ਕਰਦੇ ਆ ਕਿ ਇੱਕ ਲੈਸ ਪ੍ਰੀਸਾਈਜ਼ ਡਿਜ਼ਾਈਨ ਫੋਲੋ ਕਰਦੇ ਨੇ, ਕਿਉਂਕਿ ਇਸ ਨੂੰ ਅਡਾਪਟ ਕਰਨਾ ਸੌਖਾ ਹੁੰਦਾ ਹੈ ਤੇ ਇਸ ਦੇ ਵਿੱਚ ਜਿਹੜਾ ਹੈ ਕਿ ਸਿਸਟੇਮੈਟਿਕ ਬਾਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਬਰੀਫਲੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਸੈਂਪਲਿੰਗ ਪ੍ਰੋਸੀਜਰ ਫੋਲੋ ਕਰਨਾ ਹੈ, ਤਾਂ ਰਿਸਰਚਰ ਮਸਟ ਇਨਸ਼ੋਰ ਦੈਟ ਦਾ ਪ੍ਰੋਸੀਜਰ ਕਾਜ਼ਸ ਏ ਰਿਲੇਟਿਵਲੀ ਸਮਾਲ ਸੈਂਪਲਿੰਗ ਐਰਰ ਐਂਡ ਹੈਲਪਸ ਟੂ ਕੰਟਰੋਲ ਦਾ ਸਿਸਟੇਮੈਟਿਕ ਬਾਇਸ ਦਾ ਬੈਟਰ ਵੇ। ਤਾਂ ਰਿਸਰਚਰ ਨੂੰ ਕੀ ਕਰਨਾ ਚਾਹੀਦਾ? ਇੱਕ ਇਸ ਤਰ੍ਹਾਂ ਦਾ ਪ੍ਰੋਸੀਜਰ ਫੋਲੋ ਕਰਨਾ ਚਾਹੀਦਾ ਹੈ ਜਿਹਦੇ ਨਾਲ ਕੀ ਹੈ ਸਮਾਲ ਸੈਂਪਲਿੰਗ ਐਰਰਸ ਹੋਣ ਤੇ ਸਿਸਟੇਮੈਟਿਕ ਬਾਇਸ ਨੂੰ ਕੰਟਰੋਲ ਕੀਤਾ ਜਾ ਸਕੇ। दूसरा है नॉन सैंपलिंग एरर्स। नॉन सैंपलिंग एरर्स की ਹੁੰਦੀਆਂ ਨੇ? नॉन सैंपलिंग एरर्स arise at the stage of collection and preparation of data and are present in both in sample survey as well as census survey। This is thus the data obtained in census survey is free from sampling errors, however subjected to non-sampling errors। Non-sampling errors can be reduced by defining sampling units, frame population correctly and by the employing efficient people in the investigation। जो persons जो staff involved है sample survey ਦੇ ਵਿੱਚ ਉਹ full trained ਹੋਣਾ ਚਾਹੀਦਾ ਹੈ। ਉਹ ਸਾਡੇ ਕੋਲ ਇਸ ਤਰ੍ਹਾਂ ਦਾ ਜਿਹੜਾ ਹੈ efficient people ਹੋਣੇ ਚਾਹੀਦੇ ਨੇ ਤਾਂ ਜੋ ਜਿਹੜੀ non-sampling errors ਹੈ, ਤਾਂ ਜੋ ਪ੍ਰੈਪਰੇਸ਼ਨ ਆਫ ਡਾਟਾ ਦੇ ਵਿੱਚ ਜੋ ਐਰਰਸ ਆਉਣੀਆਂ ਨੇ ਉਸ ਨੂੰ ਘੱਟ ਕੀਤਾ ਜਾ ਸਕੇ, ਉਸ ਨੂੰ ਜਿਹੜਾ ਹੈ ਉਹ ਰਿਡਿਊਸ ਕੀਤਾ ਜਾ ਸਕੇ। ਟਾਈਪਸ ਆਫ ਸੈਂਪਲਿੰਗ ਡਿਜ਼ਾਈਨਸ। ਸੈਂਪਲਿੰਗ ਡਿਜ਼ਾਈਨ ਦੀ ਗੱਲ ਕੀਤੀ ਸੀ ਪਿੱਛੇ ਆਪਾਂ, ਤਾਂ ਸੈਂਪਲਿੰਗ ਡਿਜ਼ਾਈਨਸ ਕਿਹੜੇ ਜਿਹੜੀਆਂ ਹੈਗੇ ਨੇ ਉਹ ਅਸੀਂ ਫੋਲੋ ਕਰਨੇ ਨੇ। The method of selecting a sample is fundamentally important and depends upon the nature of data and investigation। ਅਸੀਂ ਕਿਸ ਤਰ੍ਹਾਂ ਦਾ ਡਾਟਾ ਕਲੈਕਟ ਕਰਨਾ ਹੈ, ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਨਾ ਹੈ, ਇਸ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਸੈਂਪਲ ਡਿਜ਼ਾਈਨ ਸਾਡਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। The techniques of selecting a sample is classified as, ਤਾਂ ਕਿਹੜੀਆਂ ਟੈਕਨੀਕਸ ਅਸੀਂ ਫੋਲੋ ਕਰਨੀਆਂ ਨੇ, ਤਾਂ ਉਸ ਨੂੰ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ? ਨਾਨ ਪ੍ਰੋਬੇਬਿਲਿਟੀ ਸੈਂਪਲਿੰਗ ਤੇ ਪ੍ਰੋਬੇਬਿਲਿਟੀ ਸੈਂਪਲਿੰਗ। ਤਾਂ ਅਸੀਂ ਦੋਨੋਂ ਤਰ੍ਹਾਂ ਡਿਸਕਸ ਕਰਾਂਗੇ। ਨਾਨ ਪ੍ਰੋਬੇਬਿਲਿਟੀ ਸੈਂਪਲਿੰਗ ਕੀ ਹੁੰਦੀ ਹੈ?
Non probability sampling is that sampling procedure which does not afford any bias for estimating the probability that each item in the population is being included in the sample. Non probability sampling is also known by the different names such as deliberate sampling, purposive sampling, and judgment sampling. Non probability sampling ਦੇ ਵਿੱਚ ਕੋਈ biasing ਨਹੀਂ ਹੋਏਗੀ for estimating probability that each item in the population has of being included in the sample. ਅਸੀਂ ਕਿਹੜੀ item population ਦੇ ਵਿੱਚ sample data ਦੇ ਵਿੱਚ include ਕਰਨੀ ਹੈ ਉਸ ਦੇ ਉੱਪਰ ਕੋਈ biasing ਨਹੀਂ ਹੁੰਦੀ। ਇਸ ਨੂੰ ਅਸੀਂ ਹੋਰ ਦੇ ਨਾਮ ਵੀ ਦੇ ਸਕਦੇ ਹਾਂ ਡੈਲੀਬਰੇਟ ਸੈਂਪਲਿੰਗ। ਡੈਲੀਬਰੇਟ ਮਤਲਬ ਜੋ ਜਾਣਬੁੱਝ ਕੇ ਅਸੀਂ ਜਿਹੜੀ ਚੀਜ਼ ਅਸੀਂ ਸਿਲੈਕਟ ਕੀਤੀ ਹੋਈ ਹੈ ਜਾਂ ਇੱਕ ਖਾਸ ਪਰਪਸ ਦੇ ਲਈ ਅਸੀਂ ਕੁਝ ਆਈਟਮਸ ਨੂੰ ਇਨਕਲੂਡ ਕਰ ਰਹੇ ਹਾਂ ਸੈਂਪਲ ਦੇ ਵਿੱਚ, ਜਾਂ ਅਸੀਂ ਆਪਣੀ ਆਬਜ਼ਰਵੇਸ਼ਨ ਜਜਮੈਂਟ ਦੇ ਨਾਲ ਉਹ ਸੈਂਪਲ ਕਲੈਕਟ ਕੀਤਾ ਹੈ। ਇਸ ਦੇ ਵਿੱਚ ਅਸੀਂ ਸੈਂਪਲ ਦੇ ਵਿੱਚ ਜਿਹੜੀਆਂ ਆਈਟਮਸ ਨੇ ਉਹ ਵਾਲੀਆਂ ਆਈਟਮ ਸਿਲੈਕਟ ਕਰਾਂਗੇ ਜਿਸ ਦੇ ਲਈ ਅਸੀਂ ਰਿਸਰਚ ਕਰ ਰਹੇ ਹਾਂ। ਜਿਵੇਂ ਅਸੀਂ ਫੋਰ ਐਗਜ਼ਾਮਪਲ ਕਿਸੇ ਫੈਮਿਲੀ ਤੋਂ ਕੋਈ ਕੁਐਸਚਨ ਪੁੱਛ ਰਹੇ ਹਾਂ, ਅਸੀਂ ਇਕਨੋਮਿਕ ਸਰਵੇ ਕਰ ਰਹੇ ਹਾਂ, ਅਸੀਂ ਡਿਫਰੈਂਟ ਫੈਮਿਲੀਜ਼ ਕੋਲ ਜਾਂਦੇ ਹਾਂ ਤੇ ਸਿਰਫ ਅਸੀਂ ਉਹੀ ਕੁਐਸਚਨ ਪੁੱਛਾਂਗੇ ਜੋ ਸਾਡੇ ਰਿਸਰਚ ਦੇ ਲਈ ਲੋੜੀਂਦੇ ਹਨ। ਅਸੀਂ ਫालतू ਕੁਐਸਚਨ ਜਾਂ ਫालतू ਆਈਟਮਸ ਅਸੀਂ ਉਸ ਵਿੱਚ ਇਨਕਲੂਡ ਨਹੀਂ ਕਰਾਂਗੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਅੰਡਰ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ ਦਾ ਆਰਗੇਨਾਈਜ਼ਰਸ ਆਫ ਦੀ ਇਨਕੁਆਇਰੀ ਪਰਪਸਲੀ choose the particular units of this universe for constituting a sample on the basis that a small mass that they so select out of the huge one will be the typical or representative of the whole. For example, ਅਸੀਂ ਇੱਕ ਪੂਰੇ ਟਾਊਨ ਦੇ ਵਿੱਚੋਂ ਕੁਝ ਡਾਟਾ ਕਲੈਕਟ ਕਰਨਾ ਹੈ ਤਾਂ ਅਸੀਂ ਉਸ ਟਾਊਨ ਦੇ ਵਿੱਚੋਂ ਕੁਝ ਖਾਸ ਯੂਨਿਟਸ ਆਪਣੇ ਇਨਕੁਆਇਰੀ ਦੇ ਲਈ ਆਪਣੇ ਪਰਪਸ ਦੇ ਲਈ ਅਸੀਂ ਪਾਰਟਿਕੂਲਰ ਯੂਨਿਟਸ ਚੂਜ਼ ਕਰਦੇ ਹਾਂ, ਕੁਝ ਫੈਮਿਲੀਜ਼ ਕੁਝ ਹਾਊਸ ਚੂਜ਼ ਕਰਦੇ ਹਾਂ ਜਿਸ ਜੋ ਕਿ ਉਸ ਪੂਰੇ ਟਾਊਨ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਤੇ ਅਸੀਂ ਡੈਲੀਬਰੇਟਲੀ ਫੋਰ ਐਗਜ਼ਾਮਪਲ ਅਸੀਂ ਇਕਨੋਮਿਕ ਕੰਡੀਸ਼ਨਸ ਆਫ ਦੀ ਪੀਪਲ ਅਸੀਂ ਸਰਵੇ ਕਰਨਾ ਚਾਹੁੰਦੇ ਹਾਂ ਇੱਕ ਸਟੇਟ ਦੇ ਵਿੱਚੋਂ ਤਾਂ ਅਸੀਂ ਉਸ ਪਾਰਟਿਕੂਲਰ ਯੂਨਿਟ ਦੇ ਵਿੱਚ ਕੁਝ ਟਾਊਨਸ ਅਸੀਂ ਲਵਾਂਗੇ ਤਾਂ ਉਸ ਕੁਝ ਵਿਲੇजेस ਲਵਾਂਗੇ ਪਰਪਸਲੀ, ਠੀਕ ਹੈ। ਤੇ ਉਸ ਦੇ ਉੱਪਰ ਇੰਟੈਂਸਿਵ ਸਟੱਡੀ ਕਰਾਂਗੇ ਤਾਂ ਜੋ ਅਸੀਂ ਜਿਹੜਾ ਹੈ ਉਹ ਪੂਰੀ ਸਟੇਟ ਜਾਂ ਪੂਰੇ ਕੰਟਰੀ ਦੀ ਜਿਹੜੀ ਹੈ ਰਿਪਰੈਜ਼ੈਂਟੇਟਿਵ ਕਰਦਾ ਹੋਵੇ ਤੇ ਅਸੀਂ ਡਾਟਾ ਕਲੈਕਟ ਕਰ ਸਕੀਏ। ਤਾਂ ਜਜਮੈਂਟ ਆਫ ਦੀ ਆਰਗੇਨਾਈਜ਼ਰਸ ਆਫ ਦੀ ਸਟੱਡੀ plays an important role in this sampling design. ਤਾਂ ਜੋ ਰਿਸਰਚਰ ਹੈ ਆਰਗੇਨਾਈਜ਼ਰ ਹੈ ਉਸ ਦੀ ਜਜਮੈਂਟ ਇਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿ ਇਸ ਪਾਪੂਲੇਸ਼ਨ ਦੇ ਵਿੱਚੋਂ ਕਿੰਨਾ ਜਿਹੜਾ ਹੈ ਉਹ ਕਿਹੜੇ ਯੂਨਿਟਸ ਇਨਕਲੂਡ ਕਰਨੇ ਨੇ ਤੇ ਉਸ ਦੇ ਉੱਪਰ ਜਿਹੜੀ ਹੈ ਸੈਂਪਲਿੰਗ ਕਰਨੀ ਹੈ ਤਾਂ ਜੋ ਪੂਰੀ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਕਰ ਸਕੇ। ਨੈਕਸਟ ਹੈ ਪ੍ਰੋਬੇਬਿਲਿਟੀ ਸੈਂਪਲਿੰਗ। ਪ੍ਰੋਬੇਬਿਲਿਟੀ ਸੈਂਪਲਿੰਗ ਨੂੰ ਅਸੀਂ ਰੈਂਡਮ ਸੈਂਪਲਿੰਗ ਵੀ ਕਹਿੰਦੇ ਆ ਔਰ ਚਾਂਸ ਸੈਂਪਲਿੰਗ ਵੀ ਕਹਿੰਦੇ ਆ। ਤਾਂ ਇਸ ਦੇ ਵਿੱਚ ਇਸ ਸੈਂਪਲਿੰਗ ਡਿਜ਼ਾਈਨ ਦੇ ਵਿੱਚ ਜਿਹੜਾ ਯੂਨੀਵਰਸ ਦਾ ਹਰ ਆਈਟਮ ਹੈ ਉਸ ਦੀ ਇਕੁਅਲ ਚਾਂਸ ਹੈ ਤਾਂ ਟੂ ਇਨਕਲੂਡ ਇਨ ਦਾ ਸੈਂਪਲ। ਕੋਈ ਇਸ ਦੇ ਵਿੱਚ ਬਾਇਸਿੰਗ ਨਹੀਂ ਹੁੰਦੀ, ਹਰ ਇੱਕ ਆਈਟਮ ਦਾ ਸੈਂਪਲ ਦੇ ਵਿੱਚ ਇਨਕਲੂਡ ਕਰਨ ਦੇ ਇਕੁਅਲ ਚਾਂਸ ਹੁੰਦੇ ਨੇ। ਦਿਸ ਇਜ਼ ਕਾਈਂਡ ਆਫ ਲੋਟਰੀ ਮੈਥਡ। ਤਾਂ ਅਸੀਂ ਇੰਡੀਵਿਜੂਅਲ ਯੂਨਿਟਸ ਨੂੰ ਪਿਕ ਕਰਦੇ ਹਾਂ ਅਸੀਂ ਹੋਲ ਗਰੁੱਪ ਦੇ ਵਿੱਚੋਂ ਨਾਨ ਡੈਲੀਬਰੇਟਲੀ ਬਟ ਬਾਈ ਮਕੈਨੀਕਲ ਅਸੀਂ ਕੁਝ ਮੈਥਡ ਫੋਲੋ ਕਰਦੇ ਹਾਂ ਜਿਹਦੇ ਵਿੱਚ ਹਰ ਇੱਕ ਪਾਪੂਲੇਸ਼ਨ ਦੇ ਵਿੱਚ ਹਰ ਇੱਕ ਯੂਨਿਟ ਦੇ ਇਨਕਲੂਡ ਕਰਨ ਦੇ ਚਾਂਸ ਇਕੁਅਲ ਹੁੰਦੇ ਨੇ, ਪਰੰਤੂ ਉਹਨਾਂ ਵਿੱਚੋਂ ਸਾਰੇ ਇਨਕਲੂਡ ਨਹੀਂ ਕਰਾਂਗੇ। ਅਸੀਂ ਕੁਝ ਪਿਕ ਕਰਦੇ ਹਾਂ, ਅਸੀਂ ਕੁਝ ਯੂਨਿਟ ਇੰਡੀਵਿਜੂਅਲ ਯੂਨਿਟਸ ਨੂੰ ਪਿਕ ਕਰਾਂਗੇ ਤੇ ਉਸ ਦੇ ਲਈ ਅਸੀਂ ਇੱਕ ਮਕੈਨੀਕਲ ਕੋਈ ਪ੍ਰੋਸੈਸ ਫੋਲੋ ਕਰ ਸਕਦੇ ਹਾਂ। ਇਹ ਇੱਕ ਬਲਾਈਂਡ ਚਾਂਸ ਹੁੰਦਾ ਹੈ ਕਿ ਕਿਸੇ ਆਈਟਮ ਦਾ ਅਸੀਂ ਸਿਲੈਕਟ ਹੋਣਾ ਜਾਂ ਨਾ ਹੋਣਾ, ਇਹਦੇ ਵਿੱਚ ਕੋਈ ਬਾਇਸਿੰਗ ਨਹੀਂ ਹੁੰਦੀ। Therefore, the result obtained probability or random sampling can be assured in terms of probability. ਇਸ ਦੇ ਵਿੱਚ probability ਜੇ ਕੁਝ ਮੈਥਡਸ ਅਪਲਾਈ ਕਰਦੇ ਹਾਂ that is we can measure the errors of estimation or significance of result obtained from a sample design. ਅਸੀਂ probability ਦੇ ਮੈਥਡ ਯੂਜ਼ ਕਰਕੇ ਅਸੀਂ ਕੀ ਹੈ errors of estimation ਵਗੈਰਾ ਅਸੀਂ ਮੈਜ਼ਰ ਕਰ ਸਕਦੇ ਹਾਂ। ਇਸ ਤਰ੍ਹਾਂ ਦਾ ਜਿਹੜਾ ਰੈਂਡਮ ਸੈਂਪਲਿੰਗ ਹੈ ਉਹ ਉਸ ਨਾਲ ਕੀ ਹੈ ਕਿ ਲਾ ਆਫ ਸਟੈਟਿਸਟੀਕਲ ਰੈਗੂਲੈਰਿਟੀ
ਨੂੰ ਅਸੀਂ ਫੋਲੋ ਕਰਦੇ ਹਾਂ। ਜਿਵੇਂ ਕਿ ਅਸੀਂ ਐਵਰੇਜ ਹੈ ਕਿਸੇ ਰੈਂਡਮ ਸੈਂਪਲ ਦੀ ਅਸੀਂ ਐਵਰੇਜ ਕਰ ਸਕਦੇ ਹਾਂ। ਜਿਵੇਂ ਅਸੀਂ ਕਿਉਂਕਿ ਇਸ ਦੇ ਵਿੱਚ ਹਰ ਇੱਕ ਆਈਟਮ ਜਿਹੜਾ ਹੈ ਸੈਂਪਲ ਦੇ ਵਿੱਚ ਹਰ ਇੱਕ, ਫੋਰ ਐਗਜ਼ਾਮਪਲ ਅਸੀਂ ਇੱਕ ਕਾਲਜ ਦੇ ਕਿਸੇ ਕਲਾਸ ਦੇ ਸਟੂਡੈਂਟਸ ਦੀ ਹਾਈਟ ਮਾਪ ਰਹੇ ਹਾਂ, ਤਾਂ ਹਾਈਟ ਮਾਪਣ ਦੇ ਲਈ ਅਸੀਂ ਪੂਰੇ ਕਾਲਜ ਦੇ ਸਟੂਡੈਂਟ ਨੂੰ ਸਿਲੈਕਟ ਕਰਨ ਦੀ ਬਜਾਏ ਅਸੀਂ ਪਰਟੀਕੂਲਰ ਕਲਾਸ ਸਿਲੈਕਟ ਕਰ ਲੈਂਦੇ ਹਾਂ, ਤੇ ਉਸ ਦੇ ਵਿੱਚ ਕਿਸੇ ਵੀ ਸਟੂਡੈਂਟ ਦੀ ਹਾਈਟ ਅਸੀਂ ਮੈਜ਼ਰ ਕਰਾਂਗੇ ਤਾਂ ਉਸਦੇ ਜਿਹੜਾ ਹੈ ਇਨਕਲੂਡ ਸਰਵੇ ਦੇ ਵਿੱਚ ਇਨਕਲੂਡ ਕਰਨ ਦੇ ਚਾਂਸ ਜਿਹੜੇ ਇਕੁਅਲੀ ਲਾਈਕਲੀ ਹੋਣਗੇ, ਹਰ ਇੱਕ ਦਾ ਇਕੁਅਲ ਹੋਣਗੇ, ਕੋਈ ਬਾਇਸ ਨਹੀਂ ਹੋਏਗੀ ਕਿ ਇਸ ਸਟੂਡੈਂਟ ਨੂੰ ਅਸੀਂ ਲੈਣਾ ਇਸ ਨੂੰ ਨਹੀਂ ਲੈਣਾ। ਤਾਂ ਇਸ ਤਰ੍ਹਾਂ ਦੀ ਸੈਂਪਲਿੰਗ ਅਸੀਂ ਪ੍ਰੋਬੇਬਿਲਿਟੀ ਸੈਂਪਲਿੰਗ ਕਹਾਂਗੇ। ਫੋਰ ਐਗਜ਼ਾਮਪਲ ਅਸੀਂ ਕਿਸੇ ਵਿਲੇਜ ਦਾ ਕਿਸੇ ਟਾਊਨ ਦੇ ਵਿੱਚ ਅਸੀਂ ਸਟੱਡੀ ਕਰ ਰਹੇ ਹਾਂ ਕਿ ਉਸ ਦੀ ਇਕਨੋਮਿਕ ਕੰਡੀਸ਼ਨ ਕੀ ਹੈ, ਤਾਂ ਅਸੀਂ ਫੋਰ ਐਗਜ਼ਾਮਪਲ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ ਕਿ ਕਿੰਨੇ ਲੋਕਾਂ ਕੋਲ ਕਾਰ ਹੈ। ਤਾਂ ਅਸੀਂ ਕੀ ਕਰਦੇ ਹਾਂ ਕਿ ਅਸੀਂ ਡੈਲੀਬਰੇਟਲੀ ਕਿਸੇ ਇੱਕ ਪਾਰਟਿਕੂਲਰ ਏਰੀਆ ਦੇ ਵਿੱਚੋਂ ਲੋਕ ਨਹੀਂ ਲਵਾਂਗੇ, ਅਸੀਂ ਕਿਸੇ ਵੀ ਰੈਂਡਮਲੀ ਕਿਸੇ ਵੀ ਪਰਸਨ ਨੂੰ ਸਿਲੈਕਟ ਕਰਾਂਗੇ, ਉਸਨੂੰ ਕੁਐਸਚਨ ਪੁੱਛਾਂਗੇ ਤੁਹਾਡੇ ਕੋਲ ਕਾਰ ਹੈ ਕਿ ਨਹੀਂ। ਤਾਂ ਇਹਦਾ ਮਤਲਬ ਹੋਇਆ ਕਿ ਕਿਸੇ ਵੀ ਪਰਸਨ ਨੂੰ ਅਸੀਂ ਉਸ ਆਬਜ਼ਰਵੇਸ਼ਨ ਦੇ ਵਿੱਚ ਇਨਕਲੂਡ ਕਰਦੇ ਹਾਂ ਤੇ ਉਹਨਾਂ ਦੇ ਲਈ ਉਸਦੇ ਲਈ ਜਿਹੜੀ ਹੈਗੀ ਹੈ ਪ੍ਰੋਬੇਬਿਲਿਟੀ ਹੈ ਉਹ ਸੇਮ ਹੈ, ਉਸ ਦੇ ਵਿੱਚ ਸਰਵੇ ਦੇ ਵਿੱਚ ਇਨਕਲੂਡ ਕਰਨ ਦੇ ਚਾਂਸ ਕੀ ਹੈ, ਇਕੁਅਲੀ ਲਾਈਕਲੀ ਹਨ। ਤਾਂ ਇਸ ਤਰ੍ਹਾਂ ਦੀ ਸੈਂਪਲਿੰਗ ਨੂੰ ਅਸੀਂ ਕੀ ਕਹਿੰਦੇ ਹਾਂ, ਪ੍ਰੋਬੇਬਿਲਿਟੀ ਸੈਂਪਲਿੰਗ। ਤਾਂ ਸਟੂਡੈਂਟ ਦੇ ਸਾਡਾ ਟੌਪਿਕ ਖਤਮ ਹੋ ਗਿਆ। ਤਾਂ ਨੈਕਸਟ ਅਸੀਂ ਪੜਾਂਗੇ ਡਿਫਰੈਂਟ ਟੈਸਟਸ ਫਾਰ ਦੀ analysis of data. Thank you, students.